ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਯਕ ਅਰਜ਼ ਗੁਫਤਮ ਪੇਸ ਤੋ ਦਰ ਗੋਸ਼ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤ ਹੈ। ਦਿਲ ਹੇਚ ਨਾਦਾਨੀ। ਕਹੈ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰਹੁ ਨਬੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਲਿਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੌਲਵੀ ਦੇ ਪਾਸ ਪੜ੍ਹਨ ਵਾਸਤੇ ਜਾਂਦੇ। ਸਤਿਗੁਰੂ ਜੀ ਇੱਕੇ ਵਾਰ ਉਹਨਾਂ ਤੋਂ ਸੁਣਨ ਤੋਂ ਬਾਅਦ ਆਪਣੇ ਆਪ ਹੀ ਜਿਹੜੀ ਸੀ ਹਰਫੀ ਹੈ ਉਹ ਸੁਣਾਉਣ ਲੱਗ ਜਾਂਦੇ। ਮੌਲਵੀ ਦੀ ਸ਼ਰਧਾ ਜਾਗੀ ਕਿ ਇੰਨੀ ਛੋਟੀ ਜਿਹੀ ਉਮਰ ਦੇ ਬੱਚੇ ਨੇ ਪਰ ਮੇਰੇ ਬਿਨਾਂ ਪੜ੍ਹਾਉਣ ਤੋਂ ਹੀ ਇਹ ਕਿਵੇਂ ਪੜ੍ਹ ਜਾਂਦੇ ਨੇ। ਉਸ ਦੇ ਭਾਗ ਜਾਗੇ, ਉਹਦੀ ਭਾਵਨਾ ਬਣੀ ਕਿ ਮੈਂ ਇਹਨਾਂ ਨੂੰ ਕੀ ਪੜ੍ਹਾਵਾਂਗਾ। ਇਹ ਸੰਸਾਰ ਨੂੰ ਪੜ੍ਹਾਉਣ ਵਾਸਤੇ ਆਏ ਨੇ। ਤਾਂ ਸਤਿਗੁਰੂ ਜੀ ਦੇ ਪਿਤਾ ਧੰਨ ਬਾਬਾ ਕਲਿਆਣ ਚੰਦ ਜੀ ਮਹਿਤਾ ਪਾਸ ਬੜੀ ਸਿਫਤ ਕੀਤੀ ਕਿ ਬੜੇ ਹੋਣਹਾਰ ਨੇ, ਬੜੀ ਤੀਕਸ਼ਣ ਬੁੱਧੀ ਦੇ ਮਾਲਕ ਨੇ। ਪਿਛਲੇ ਯੁੱਗਾਂ ਦੇ ਵਿੱਚ ਅਵਤਾਰ ਲੋਕ ਹੋਏ ਨੇ। ਕਿਸੇ ਨੇ ਕਿੰਨੇ ਮਹੀਨਿਆਂ 'ਚ ਵਿਦਿਆ ਪੜ੍ਹੀ, ਕਿਸੇ ਨੇ
ਕੁਝ ਸਮੇਂ ਦੇ ਵਿੱਚ ਪੜ੍ਹੀ, ਪਰ ਇਹ ਕੋਈ ਰੱਬ ਦੇ ਰੂਪ ਨੇ ਜਿਹੜੇ ਇੱਕ ਦਿਨ ਹੀ ਪੜ੍ਹੇ ਨੇ। ਉਸ ਵਿੱਚੋਂ ਵੀ ਕੁਝ ਸਮਾਂ ਹੀ ਇਹਨਾਂ ਨੇ ਸੁਣਿਆ ਹੈ। ਤਾਂ ਸਤਿਗੁਰੂ ਜੀ ਪੜ੍ਹਨ ਤੋਂ ਬਾਅਦ ਬੋਲਣੋਂ ਹਟ ਗਏ। ਜੇ ਬੈਠੇ ਤੇ ਬੈਠੇ ਰਹਿੰਦੇ, ਜੇ ਲੰਮੇ ਪਏ ਤੇ ਲੰਮੇ ਹੀ ਪਏ ਰਹਿੰਦੇ। ਨਾ ਕੁਝ ਖਾਂਦੇ, ਨਾ ਕੁਝ ਪੀਂਦੇ, ਨਾ ਬੋਲਦੇ, ਨਾ ਸੁਣਦੇ। ਸਤਿਗੁਰੂ ਜੀ ਨੇ ਮਸਤ ਬਿਰਤੀ ਧਾਰਨ ਕੀਤੀ ਤਾਂ ਮਾਤਾ ਪਿਤਾ ਨੂੰ ਬੜਾ ਫਿਕਰ ਹੋਇਆ। ਪਿੰਡ ਦੇ ਵਿੱਚ ਗੱਲ ਫੈਲ ਗਈ ਕਿ ਮਹਾਰਾਜ ਦੇ ਉੱਤੇ ਕਿਸੇ ਨੇ ਟੂਣਾ ਕਰਤਾ ਹੈ, ਨਜ਼ਰ ਲੱਗ ਗਈ ਹੈ। ਏਡੇ ਹੋਣਹਾਰ ਸਨ, ਪਤਾ ਨਹੀਂ ਕੀ ਹੋ ਗਿਆ, ਮਸਤਾਨਿਆਂ ਵਾਲੀ ਬਿਰਤੀ ਹੋ ਗਈ ਹੈ। ਨਾ ਬੋਲਦੇ ਨੇ, ਨਾ ਸੁਣਦੇ ਨੇ, ਨਾ ਖਾਂਦੇ ਨੇ, ਨਾ ਪੀਂਦੇ ਨੇ। ਜੇ ਬੈਠੇ ਤੇ ਬੈਠੇ ਰਹਿੰਦੇ, ਜਾਗਦੇ ਤੇ ਜਾਗਦੇ ਰਹਿੰਦੇ, ਲੰਮੇ ਪਏ ਤੇ ਲੰਮੇ ਪਏ ਰਹਿੰਦੇ। ਤਾਂ ਪਿਤਾ ਜੀ ਨੂੰ ਫਿਕਰ ਹੋਇਆ, ਮੌਲਵੀ ਦੇ ਪਾਸ ਗਏ ਕਿ ਤੂੰ ਤੇ ਕਹਿਣਾ ਸੀ ਬੜੇ ਹੋਣਹਾਰ ਨੇ, ਬੜੇ ਸਿਆਣੇ ਨੇ, ਜਿੱਦਣ ਦੇ ਤੇਰੇ ਕੋਲੋਂ ਪੜ੍ਹ ਕੇ ਆਏ ਨੇ ਉਹਨਾਂ ਦਾ ਤੇ ਜਿਹੜਾ ਮਾਨਸਿਕ ਸੰਤੁਲਨ ਹੈ, ਉਹ ਬਿਰਤੀ ਉਹਨਾਂ ਦੀ ਮਸਤਾਨੀ ਹੋ ਗਈ। ਜਾ ਕੇ ਵੇਖ ਤੇ ਸਹੀ ਕੀ ਹੋਇਆ ਉਹਨਾਂ ਨੂੰ। ਤਾਂ ਮੌਲਵੀ ਨੇ ਬੜਾ ਯਤਨ ਕੀਤਾ, ਮਾਤਾ ਪਿਤਾ ਨੇ ਬੜਾ ਯਤਨ ਕੀਤਾ, ਰਿਸ਼ਤੇਦਾਰਾਂ ਨੇ ਬੜਾ ਯਤਨ ਕੀਤਾ, ਮਹਾਰਾਜ ਬੋਲੇ ਨਾ ਕਿਸੇ ਨਾਲ। ਤਾਂ ਮੌਲਵੀ ਸਤਸੰਗੀ ਸੀ, ਉਹਨੇ ਫਿਰ ਇਹ ਗੱਲ ਸੁਣੀ ਸੀ ਵੀ ਢੋਲ ਉੱਤੇ ਡੱਗਾ ਲੱਗੇ ਤੇ ਸੰਤ ਇਸ ਬਿਰਤੀ ਦੇ ਹੁੰਦੇ ਨੇ। ਤਾਂ ਉਹਨੇ ਅਰਦਾਸ ਕੀਤੀ ਵੀ ਖੁਦਾ ਦੇ ਵਾਸਤੇ ਬੋਲੋ। ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੋਟੀ ਜਿਹੀ ਉਮਰ ਦੇ ਵਿੱਚ ਇਹ ਫਾਰਸੀ ਦੇ ਵਿੱਚ ਸ਼ਬਦ ਉਚਾਰਨ ਕੀਤਾ। ਜ਼ਕ ਅਰਜ਼ ਗੋਤਮ ਪੇਸ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਮੌਲਵੀ ਨੇ ਆਖਿਆ ਖੁਦਾ ਵਾਸਤੇ ਬੋਲੋ, ਤਾਂ ਫਿਰ ਮਹਾਰਾਜ ਖੁਦਾ ਦੇ ਵਾਸਤੇ ਬੋਲੇ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ, ਮੇਰੀ ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ 'ਚ। ਜ਼ਕ ਕਹਿੰਦੇ ਨੇ ਇੱਕ ਨੂੰ, ਅਰਜ਼ ਕਹਿੰਦੇ ਨੇ ਬੇਨਤੀ ਨੂੰ। ਗੁਫ਼ਤਗੂ ਕਰਨੀ, ਬੋਲਣਾ ਪੇਸ਼ ਤੋਂ ਆਪ ਜੀ ਦੇ ਸਾਹਮਣੇ। ਦਰ ਕਹਿੰਦੇ ਨੇ ਅੰਦਰ ਨੂੰ। ਹੇ ਵਾਹਿਗੁਰੂ ਪਰਮੇਸ਼ਰ ਜੀ, ਮੇਰੀ ਇੱਕ ਬੇਨਤੀ ਬੜੇ ਧਿਆਨ ਨਾਲ ਸੁਣੋ, ਕਿਰਪਾ ਕਰਕੇ ਮਿਹਰ ਕਰਕੇ ਸੁਣੋ। ਵਾਹਿਗੁਰੂ ਜੀ ਕਿੱਦਾਂ ਦੇ ਨੇ? ਤਾਂ ਮਹਾਰਾਜ ਕਹਿੰਦੇ ਹੱਕ। ਹੱਕ ਦਾ ਅਰਥ ਹੁੰਦਾ ਸੱਚ, ਜਿਹੜੇ ਹਮੇਸ਼ਾ ਰਹਿਣਗੇ। ਕਬੀਰ ਕਹਿੰਦੇ ਨੇ ਵੱਡੇ ਨੂੰ, ਕਰੀਮ ਕਹਿੰਦੇ ਨੇ ਕਿਰਪਾਲੂ ਨੂੰ। ਵਾਹਿਗੁਰੂ ਜੀ ਕਿੱਦਾਂ ਦੇ ਨੇ? ਬੇਐਬ, ਕਲੰਕ ਤੋਂ ਬਿਨਾਂ, ਦੋਸ਼ ਤੋਂ ਬਿਨਾਂ। ਤੇ ਪਰਵਦਗਾਰ, ਸਭ ਦੀ ਪਾਲਣਾ ਕਰਨ ਵਾਲੇ ਨੇ, ਰੋਜੀ ਰੋਟੀ ਦੇਣ ਵਾਲੇ ਨੇ। ਜਦੋਂ ਖੁਦਾ ਦੇ ਵਾਸਤੇ ਬੋਲੇ ਤਾਂ ਮੌਲਵੀ ਨੇ ਬੇਨਤੀ ਕੀਤੀ ਕਿ ਮਹਾਰਾਜ, ਤੁਹਾਡੀ ਉਮਰ ਤੇ ਖੇਡਣ ਦੀ ਹੈ। ਤੁਹਾਡੀ ਉਮਰ ਦੇ ਬੱਚੇ ਖੇਡਾਂ ਖੇਡਦੇ ਨੇ, ਬੱਚਿਆਂ ਨੂੰ ਖੇਡ ਪਿਆਰੀ ਹੈ। ਇਹ ਬੰਦਗੀ ਕਰਨੀ, ਭਗਤੀ ਕਰਨੀ, ਤਪ ਕਰਨਾ, ਜਪ ਕਰਨਾ, ਇਹ ਤਾਂ ਜਦੋਂ ਬੰਦੇ ਦਾ ਵਿਆਹ ਹੋ ਜੇ, ਦੁਨੀਆ ਦੇ ਉਹ ਰਸ ਕਸ ਭੋਗ ਲਵੇ, ਨਿਆਣੇ ਜੰਮ ਲਵੇ,
ਉਹਨਾਂ ਦੇ ਵਿਆਹ ਕਰ ਲਵੇ ਤਾਂ ਬੁਢੇਪੇ 'ਚ ਫਿਰ ਹੋਰ ਕੋਈ ਕੰਮ ਤੇ ਹੋਣਾ ਨਹੀਂ ਹੈ, ਉਦੋਂ ਬੰਦਗੀ ਕਰਨੀ ਚਾਹੀਦੀ। ਤੁਹਾਡੇ ਮਾਤਾ ਪਿਤਾ ਬੜੇ ਨਿਰਾਸ਼ ਨੇ ਕਿ ਤੁਸੀਂ ਜਿਹੜੀ ਉਮਰ ਖੇਡਣ ਦੀ, ਮਾਤਾ ਪਿਤਾ ਨੂੰ ਸੁੱਖ ਦੇਣ ਦੀ ਹੈ, ਮਾਤਾ ਪਿਤਾ ਵੇਖ ਕੇ ਖੁਸ਼ ਹੋਣ, ਉਸੇ ਉਮਰ 'ਚ ਤੁਸੀਂ ਚੁੱਪ ਕਰਕੇ ਬਹਿ ਗਏ, ਮਸਤਾਨੀ ਬਿਰਤੀ ਧਾਰਨ ਕਰ ਲਈ। ਹੁਣ ਇੱਥੋਂ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਸਾਹਿਬ ਕੋਈ ਆਮ ਨਹੀਂ ਤੇ ਮੈਨੂੰ ਦੱਸੋ 4-5 ਸਾਲਾਂ ਦਾ ਬੱਚਾ ਫਾਰਸੀ 'ਚ ਕਵਿਤਾ ਕਿੱਥੋਂ ਉਚਾਰ ਲਊਗਾ? ਆਪਣੇ ਘਰਾਂ 'ਚ ਬੱਚੇ ਹੈਗੇ ਹੀ ਨੇ, ਊੜਾ ਐੜਾ ਆ ਜੇ ਬੜੀ ਮਿਹਰਬਾਨੀ ਤੇ ਕਵਿਤਾ 4-5 ਸਾਲਾਂ 'ਚ ਫਾਰਸੀ 'ਚ ਕਵਿਤਾ ਉਚਾਰਨ ਕਰੇ। ਮਹਾਰਾਜ ਕਹਿੰਦੇ ਮੌਲਵੀ ਸਾਹਿਬ ਤੁਸੀਂ ਗਲਤ ਹੋ। ਬੰਦਗੀ ਇੱਦਾਂ ਦਾ ਵਿਸ਼ਾ ਨਹੀਂ ਹੈ ਵੀ ਇਹ ਕੁਝ ਛੱਡ ਕੇ ਕੀਤਾ ਜਾਵੇ। ਬੰਦਗੀ ਇਸ ਤਰ੍ਹਾਂ ਦਾ ਵਿਸ਼ਾ ਹੈ ਜਿਵੇਂ ਕੋਈ ਬੰਦਾ ਕਵੇ ਵੀ ਮੈਂ ਅੱਜ ਰੋਟੀ ਨਹੀਂ ਖਾਣੀ, 15 ਦਿਨ ਰੋਟੀ ਨਹੀਂ ਖਾਣੀ, ਮਹੀਨਾ ਰੋਟੀ ਨਹੀਂ ਖਾਣੀ, ਫਿਰ ਮਹੀਨੇ ਬਾਅਦ ਖਾਇਆ ਕਰਾਂਗੇ। ਅੱਜ ਇਸ਼ਨਾਨ ਨਹੀਂ ਕਰਨਾ, ਫਿਰ 15 ਦਿਨਾਂ ਨੂੰ ਕਰਨਾ ਨਹੀਂ, ਫਿਰ ਮਹੀਨੇ ਬਾਅਦ ਕਰਾਂਗੇ, 6 ਮਹੀਨਾ ਬਾਅਦ ਕਰਾਂਗੇ। ਉਹ ਕਹਿੰਦੇ ਇੱਦਾਂ ਨਹੀਂ, ਜਿਵੇਂ ਇਸ਼ਨਾਨ ਰੋਜ਼ ਹੀ ਕਰਨਾ ਪੈਂਦਾ ਹੈ, ਰੋਟੀ ਰੋਜ਼ ਹੀ ਖਾਣੀ ਪੈਂਦੀ ਹੈ, ਬੰਦਗੀ ਵੀ ਹਰ ਰੋਜ਼ ਹੀ ਪਰਮੇਸ਼ਰ ਦੀ ਜਿਹੜੀ ਹੈ ਉਹ ਕਰਨੀ ਚਾਹੀਦੀ। ਫਿਰ ਉਹਦਾ ਭਰੋਸਾ ਨਹੀਂ ਵੀ ਉਹਨੇ ਕਿਹੜੀ ਉਮਰ 'ਚ ਸਾਨੂੰ ਲੈ ਕੇ ਜਾਣਾ ਹੈ। ਤਾਂ ਸਤਿਗੁਰੂ ਜੀ ਜਵਾਬ ਦਿੰਦੇ ਨੇ, ਮੌਲਵੀ ਸਾਹਿਬ ਨੇ ਆਖਿਆ ਵੀ ਤੁਸੀਂ ਅਜੇ ਛੋਟੇ ਹੋ, ਬੰਦਗੀ ਵਾਲੀ ਲਾਈਨ 'ਚ ਨਾ ਪਾਓ। ਤਾਂ ਫਿਰ ਮਹਾਰਾਜ ਨੇ ਜਵਾਬ ਦਿੱਤਾ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਮੁਕਾਮ ਜਗ੍ਹਾ, ਫਾਨੀ, ਇਹ ਸੰਸਾਰ ਰੂਪ ਜਿਹੜੀ ਜਗ੍ਹਾ ਇਹ ਨਾਸ਼ਵਾਨ ਹੈ, ਇਹਨੂੰ ਤਹਿਕੀਕ ਦਿਲਦਾਨੀ, ਇਹਨੂੰ ਨਿਸ਼ਚਾ ਕਰੋ, ਇਸ ਗੱਲ ਤੇ ਯਕੀਨ ਲੈ ਆਓ। ਜਦੋਂ ਤੁਸੀਂ ਇਸ ਗੱਲ ਤੇ ਯਕੀਨ ਲੈ ਆਓਗੇ ਤਾਂ ਆਪਣੇ ਆਪ ਹੀ ਬੰਦਗੀ ਜਿਹੜੀ ਹੈ, ਭਗਤੀ ਜਿਹੜੀ ਉਹ ਹੋਵੇਗੀ। ਸਤਿਕਾਰਯੋਗ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਪਹੁੰਚੇ ਨੇ। ਦਾਸ ਉਹਨਾਂ ਦਾ ਸਤਿਕਾਰ ਕਰੇ, ਕਿਉਂਕਿ ਮਹਾਂਪੁਰਸ਼ ਪਵਿੱਤਰ ਬਚਨ ਕਰਦੇ ਹੁੰਦੇ ਸੀ ਕਿ ਮੁਸਲਮਾਨ ਨੂੰ ਮੱਕੇ ਤੋਂ ਪਰੇ ਉਜਾੜ ਤੇ ਸਿੱਖ ਨੂੰ ਹਰਿਮੰਦਰ ਸਾਹਿਬ ਤੋਂ ਪਰੇ ਉਜਾੜ। ਆਓ ਸਤਿਕਾਰ ਕਰੀਏ। ਬੋਲੇ ਸੋ ਨਿਹਾਲ। ਇਸਲਾਮ ਦੇ ਵਿੱਚ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਨਾਲ ਰਹੇ ਉਹਨਾਂ ਨੂੰ ਸਾਹਬਾ ਕਹਿੰਦੇ ਨੇ। ਸਾਹਿਬ ਦੇ ਨਾਲ ਰਹੇ ਸਾਹਬਾ, ਜਿਵੇਂ ਆਪਣੇ 5 ਪਿਆਰੇ, 4 ਸਾਹਿਬਜ਼ਾਦੇ ਜਾਂ ਜਿਹੜੇ ਗੁਰੂ ਕੇ ਸਿੱਖ ਹਾਜ਼ਰੀ 'ਚ ਰਹੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ ਆਪਾਂ। ਕੋਈ ਸਾਹਬਾ ਸੀ ਕਿਸੇ ਅਰਬ ਦੇ ਦੇਸ਼ ਵਿੱਚ ਚਲੇ ਗਿਆ, ਉਹਨੇ ਜਾ ਕੇ ਜਿਸ ਦੇਸ਼ ਵਿੱਚ ਚਰਨ ਪਾਏ, ਕੁਦਰਤੀ ਉੱਥੇ ਤਰੱਕੀ ਆਈ, ਸ਼ਾਂਤੀ ਆਈ। ਮਹਾਤਮਾ ਦਾ ਫਰਕ ਹੁੰਦਾ ਹੈ, ਜਿਵੇਂ ਬਾਬਾ ਜੀ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਆਪ ਜੀ ਦੇ ਇਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਨੇ, ਤੇ ਜਿੱਥੇ ਵੀ ਗੁਰਮਤਿ ਦਾ ਪ੍ਰਚਾਰ ਹੋਵੇਗਾ ਉੱਥੇ ਸੁੱਖ ਸ਼ਾਂਤੀ ਆਪਣੇ ਆਪ ਹੀ ਆਵੇਗੀ। ਉੱਥੇ ਹਿਰਦੇ ਦੀ ਇਕਾਗਰਤਾ ਆਪਣੇ ਆਪ ਹੀ ਬਣੇਗੀ, ਦਇਆ, ਧਰਮ, ਸਤ, ਸੰਤੋਖ ਆਪਣੇ ਆਪ ਹੀ ਆਉਣਗੇ। ਤਾਂ ਸ਼ਹਿਰ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਤੁਸੀਂ ਇੱਥੇ ਟਿਕ ਜਾਓ ਤੇ ਜਾਓ ਨਾ। ਉਹ ਕਹਿੰਦੇ ਵੀ ਮੇਰਾ ਸੁਭਾਅ ਨਹੀਂ ਇੱਕ ਜਗ੍ਹਾ ਰਹਿਣਾ। ਤਾਂ ਸ਼ਹਿਰ ਵਾਲਿਆਂ ਨੇ ਆਖਿਆ ਵੀ ਤੇ ਜੇ ਤੁਸੀਂ ਇੱਕ ਜਗ੍ਹਾ ਨਹੀਂ ਰਹਿਣਾ ਤਾਂ ਤੁਸੀਂ ਸਾਨੂੰ ਐਡਰੈਸ ਦੇ ਜਾਓ ਵੀ ਤੁਸੀਂ ਕਿੱਥੇ ਚੱਲੇ ਹੋ, ਅਸੀਂ ਊਠਾਂ ਦੇ ਉੱਤੇ ਸਤਿਕਾਰ ਨਾਲ ਤੁਹਾਨੂੰ ਲੈ ਕੇ ਆਵਾਂਗੇ। ਉਹਨਾਂ ਆਖਿਆ ਵੀ ਫਲਾਨਾ ਸ਼ਹਿਰ ਤੇ ਝੂਠਿਆਂ ਦਾ ਮਹੱਲਾ, ਉੱਥੇ ਮੈਨੂੰ ਆਣ ਕੇ ਮਿਲ ਲੈ। ਜਿਹੜਾ ਟਾਈਮ ਦਿੱਤਾ ਸੀ ਸਾਰੇ ਇਕੱਠੇ ਹੋ ਕੇ ਸ਼ਹਿਰ 'ਚ ਚਲੇ ਗਏ। ਲੱਭਦੇ ਰਹੇ, ਹੁਣ ਝੂਠਿਆਂ ਦਾ ਮਹੱਲਾ ਨਾ ਲੱਭੇ।
ਕਿਸੇ ਨੇ ਸਿਆਣੇ ਬੰਦੇ ਨੇ ਆਖਿਆ ਵੀ ਲੱਭਦੇ ਕਿਹਨੂੰ? ਕਹਿੰਦੇ ਫਕੀਰ ਨੂੰ। ਉਹ ਕਹਿੰਦਾ 2-4 ਫਕੀਰ ਕਬਰਸਤਾਨ 'ਚ ਬੈਠੇ, ਉੱਥੇ ਚਲੇ ਜਾ, ਸ਼ਾਇਦ ਤੁਹਾਡਾ ਵੀ ਉੱਥੇ ਹੀ ਬੈਠਾ ਹੋਵੇ। ਚਲੇ ਗਏ ਤਾਂ ਜਾ ਕੇ ਨਮਸਕਾਰ ਕੀਤੀ ਤੇ ਉਹੋ ਹੀ ਫਕੀਰ ਬੈਠਾ, 2-4 ਹੋਰ ਬੈਠੇ, ਬੜਾ ਪ੍ਰੇਮ ਕੀਤਾ। ਕਹਿੰਦੇ ਮਹਾਰਾਜ ਅਸੀਂ ਤਾਂ ਮੁੜ ਚੱਲੇ ਸੀ, ਸਾਨੂੰ ਤਾਂ ਲੱਭਾ ਹੀ ਨਹੀਂ। ਕਹਿੰਦੇ ਮੈਂ ਤੁਹਾਨੂੰ ਬਰਾਬਰ ਲਿਖਾ ਕੇ ਆਇਆ ਵੀ ਫਲਾਨਾ ਸ਼ਹਿਰ ਝੂਠਿਆਂ ਦਾ ਮਹੱਲਾ। ਕਹਿੰਦੇ ਮਹਾਰਾਜ ਸ਼ਹਿਰ ਤਾਂ ਠੀਕ ਆ, ਝੂਠਿਆਂ ਦਾ ਮਹੱਲਾ ਇੱਥੇ ਕਿਤੇ ਨਹੀਂ ਹੈ। ਉਹ ਕਹਿੰਦੇ ਤੁਹਾਨੂੰ ਸਮਝਣ 'ਚ ਫਿਰ ਪ੍ਰੋਬਲਮ ਆ ਗਈ, ਇਹ ਜਿਸ ਜਗ੍ਹਾ 'ਤੇ ਮੈਂ ਬੈਠਾ ਇਹਨੂੰ ਝੂਠਿਆਂ ਦਾ ਮਹੱਲਾ ਕਹਿੰਦੇ। ਕਹਿੰਦੇ ਨਹੀਂ ਮਹਾਰਾਜ ਸਮਝਣ 'ਚ ਕੋਈ ਪ੍ਰੋਬਲਮ ਨਹੀਂ, ਇਹਨੂੰ ਕਬਰਸਤਾਨ ਕਹਿੰਦੇ, ਇੱਥੇ ਕਿਤੇ ਨਹੀਂ ਲਿਖਿਆ ਵੀ ਇਹ ਝੂਠਿਆਂ ਦਾ ਮਹੱਲਾ ਹੈ। ਉਹ ਕਹਿੰਦੇ ਫਿਰ ਤੁਹਾਨੂੰ ਅਰਥਾਂ 'ਚ ਸਮਝ ਨਹੀਂ ਆਈ। ਇੱਥੇ ਜਿੰਨੀਆਂ ਕਬਰਾਂ ਨੇ ਸਭ ਝੂਠਿਆਂ ਦੀਆਂ ਨੇ, ਸਾਰੀ ਉਮਰ ਝੂਠ ਬੋਲਦੇ ਰਹੇ। ਮੇਰਾ ਘਰ, ਮੇਰਾ ਪਰਿਵਾਰ, ਮੇਰੇ ਬੱਚੇ। ਹੁਣ ਕਿਸੇ ਵੀ ਕਬਰ ਵਾਲੇ ਨੂੰ ਜਾ ਕੇ ਪੁੱਛ ਕਿੱਥੇ ਤੇਰਾ ਘਰ, ਕਿੱਥੇ ਤੇਰੇ ਬੱਚੇ, ਕਿੱਥੇ ਤੇਰਾ ਪਰਿਵਾਰ, ਕਿੱਥੇ ਤੇਰੀ ਜਾਇਦਾਦ? ਤਾਂ ਜਿਹੜਾ ਵੀ ਇਸ ਕਬਰਸਤਾਨ 'ਚ ਆਇਆ ਉਹਨੇ ਰੱਜ ਕੇ ਝੂਠ ਬੋਲਿਆ ਸਾਰੀ ਉਮਰ। ਤੇ ਗਰੀਬ ਨਵਾਜ਼ ਕਹਿੰਦੇ ਨੇ ਵੀ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਤਾਂ ਸੰਸਾਰ ਦੇ ਵਿੱਚ ਹਰ ਬੰਦਾ ਹੀ ਇੱਕ ਝੂਠ ਬੋਲਦਾ ਪਿਆ, ਵਿੱਚੇ ਮੈਂ ਤੇ ਵਿੱਚੇ ਤੁਸੀਂ, ਬੋਲਦੇ ਸਾਰੇ ਹੀ ਪਏ ਨੇ, ਹਰ ਰੋਜ਼ ਬੋਲੀ ਦੇ। ਅਭਿਆਸ ਇੰਨਾ ਹੋ ਗਿਆ ਵਾ ਕਿ ਪਤਾ ਨਹੀਂ ਲੱਗਦਾ। ਪਰ ਫਿਰ ਸਤਿਗੁਰੂ ਇੱਕ ਗੱਲ ਕਹਿੰਦੇ ਨੇ, ਮੌਲਵੀ ਸਾਹਿਬ ਕਹਿੰਦਾ ਨਹੀਂ ਇਹ ਗੱਲਾਂ ਚੰਗੀਆਂ ਨਹੀਂ, ਤੁਸੀਂ ਵਿਆਹ ਕਰਾਓ ਪਹਿਲਾਂ, ਤੁਹਾਡੇ ਬੱਚੇ ਹੋਣ, ਤੁਹਾਨੂੰ ਦੁਨੀਆ ਦਾ ਸੁੱਖ ਪਤਾ ਲੱਗੇ। ਤਾਂ ਫਿਰ ਮਹਾਰਾਜ ਜਵਾਬ ਦਿੰਦੇ ਨੇ ਕਿ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਜਨ ਕਹਿੰਦੇ ਨੇ ਭੁਲੇਖਾ ਨਾ ਖਾਵਾ ਘਰ ਵਾਲੀ ਨੂੰ, ਪਦਰ ਕਹਿੰਦੇ ਨੇ ਪਿਤਾ ਨੂੰ, ਬਿਰਾਦਰ ਕਹਿੰਦੇ ਨੇ ਭਰਾ ਨੂੰ। ਮਹਾਰਾਜ ਕਹਿੰਦੇ ਮੌਲਵੀ ਸਾਹਿਬ ਇੱਕ ਗੱਲ ਦੱਸ, ਜਦੋਂ ਬੰਦੇ ਨੂੰ ਕਬਰ ਦੇ ਵਿੱਚ ਲੰਮੇ ਪਾਇਆ ਜਾਂਦਾ ਹੈ, ਕੀ ਉਹਦੀ ਘਰ ਵਾਲੀ ਨੇ ਕਦੀ ਕਿਹਾ ਵੀ ਇਹਨੂੰ ਨਾ ਪਾਓ ਤੇ ਮੈਨੂੰ ਪਾ ਲਓ? ਕੀ ਕਿਸੇ ਦੇ ਪਿਤਾ ਨੇ ਇਹ ਗੱਲ ਕਹੀ, ਕਿਸੇ ਦੀ ਮਾਤਾ ਨੇ ਇਹ ਗੱਲ ਕਹੀ, ਭਰਾ ਨੇ ਇਹ ਗੱਲ ਕਹੀ, ਬੱਚੇ ਨੇ ਇਹ ਗੱਲ ਕਹੀ ਵੀ ਮੇਰੇ ਬਜ਼ੁਰਗ ਨੂੰ ਚਿਖਾ ਤੇ ਨਾ ਰੱਖੋ, ਮੈਨੂੰ ਇਹਦੇ ਵੱਟੇ ਰੱਖੋ? ਕਹਿੰਦਾ ਜੀ ਨਹੀਂ। ਤਾਂ ਫਿਰ ਮਹਾਰਾਜ ਕਹਿੰਦੇ ਕਸ਼ ਨੇਸ ਦਸਤੰਗੀਰ। ਦਸਤੰਗੀਰ ਕਹਿੰਦੇ ਹੱਥ ਫੜਨਾ, ਦਸਤ ਹੱਥ, ਕਿਸੇ ਨੇ ਤੇਰਾ ਹੱਥ ਫੜ ਕੇ ਨਹੀਂ ਉਠਾਉਣਾ ਨਾ ਤੈਨੂੰ। ਕਹਿੰਦੇ ਜੀ ਨਹੀਂ। ਤਾਂ ਕਹਿੰਦੇ ਜਿਹੜਾ ਤੇਰਾ ਹੱਥ ਫੜੇ ਫਿਰ ਉਹਨੂੰ ਲੱਭ। ਤੇ ਗੁਰਬਾਣੀ ਕਹਿੰਦੀ ਉਹ 2 ਜਾਣੇ ਨੇ ਜਿਹੜੇ ਤੇਰਾ ਹੱਥ ਫੜਨਗੇ। ਇੱਕ ਤੇ ਹੈ ਪੂਰਾ ਗੁਰੂ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਦੂਸਰਾ ਹੈ ਸੰਤ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸੋ ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਸ਼੍ਰੀਮਾਨ ਬਾਪੂ ਗੁਰਦੇਵ ਸਿੰਘ ਜੀ, ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਸੀ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ, ਧਰਮ ਦੀ ਕਿਰਤ ਕੀਤੀ। ਜੇ ਉਹਨਾਂ ਦੀ ਕਮਾਈ ਦੇ ਵਿੱਚ ਕੁਝ ਸੱਚ ਸੀ ਤਾਂ ਹੀ ਅੱਜ ਉਹਨਾਂ ਦੇ ਸੁਪੁੱਤਰ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਰੱਬ ਦੀਆਂ ਬਾਤਾਂ ਕਰਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਹਾਣੀ ਸੰਗਤ ਨੂੰ ਸ਼ਰਵਣ ਕਰਾਉਂਦੇ ਨੇ। ਇਹ ਉਹਨਾਂ ਬਜ਼ੁਰਗਾਂ ਦੀ ਕਮਾਈ ਹੈ। ਸੋ ਭੁੱਲ ਚੁੱਕ ਦੀ ਖਿਮਾ, ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਲੇਖਾ ਕਤੇ ਨਾ ਛੂਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮੇਰੇ ਨਾਲ ਮੇਰੇ ਅਤੀ ਸਤਿਕਾਰਯੋਗ ਜਥੇਦਾਰ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਪਹੁੰਚੇ ਨੇ। ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼, ਸਾਡੇ ਤੋਂ ਵੱਡੇ
ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰੀ ਉਮਰ ਤਕਰੀਬਨ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਿੱਚ ਲਾਈ ਹੈ। ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਉਹ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ। ਸਿੰਘ ਸਾਹਿਬ ਜੀ ਪਹੁੰਚੇ ਨੇ, ਗਿਆਨੀ ਪਰਮਜੀਤ ਸਿੰਘ ਜੀ ਪਹੁੰਚੇ ਨੇ, ਸੰਤ ਬਾਬਾ ਮਨਜਿੰਦਰ ਸਿੰਘ ਜੀ ਰਾਏਪੁਰ ਵਾਲੇ ਪਹੁੰਚੇ ਨੇ, ਸੰਤ ਬਾਬਾ ਰਣਜੋਤ ਸਿੰਘ ਜੀ ਪਹੁੰਚੇ ਨੇ। ਸਾਰਿਆਂ ਦਾ ਹੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।